कोई अजिहा गुरु घर नहीं होगा ਜਿਹੜਾ कभी किसी बंदे ਨੂੰ लंगर देने तो मना कर दिंदा होवे। ਬੀਬੀ ਦੇ ਕੋਲ ਇੰਨਾ ਟਾਈਮ ਨਹੀਂ ਸੀਗਾ ਕਿ ਉਹ ਜਿਹੜਾ ਬਾਹਰ ਆ ਕੇ ਉਹਨੇ ਟਾਈਮ ਵੇਸਟ ਕੀਤਾ ਟਿਕਟੌਕ ਦੇ ਉੱਤੇ, ਜਿਸ ਮਰਜ਼ੀ ਉਹ ਜਿਹੜੇ ਪਲੇਟਫਾਰਮ ਦੇ ਉੱਤੇ ਲਾਈਵ ਹੋਈ ਹੈ, ਉਸ ਦੇ ਉੱਤੇ ਲਾਈਵ ਹੋਣ ਤੋਂ ਪਹਿਲਾਂ ਉਹ ਪ੍ਰਬੰਧਕਾਂ ਦੇ ਨਾਲ ਉਹਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਕੱਲ੍ਹ ਲੋਕਾਂ ਨੂੰ ਨਾ ਇਹ ਵੀ ਆਦਤ ਪੈ ਚੁੱਕੀ ਹੈ ਕਿ ਬਹੁਤ ਸ਼ਾਰਟਕਟ ਭਾਲਦੇ ਨੇ ਫੇਮ ਦੇ ਚੱਕਰਾਂ ਦੇ ਵਿੱਚ। ਨਾਲੇ ਹੁਣ ਬੀਬੀ ਕਹਿੰਦੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਨਾ। ਸਪੋਰਟ ਨੂੰ ਦੱਸ ਬੀਬੀ, ਤੂੰ ਇੱਥੇ ਪਾਰਲੀਮੈਂਟ ਦੇ ਲੋਕ ਭਲੇ ਦਾ ਕੰਮ ਕੀਤਾ, ਤੂੰ ਇੱਥੇ ਪਾਰਲੀਮੈਂਟ ਦੀਆਂ ਚੋਣਾਂ ਲੜ ਰਹੀ ਹੈ ਉੱਥੇ ਦੀਆਂ ਜਿਹੜੇ ਤੈਨੂੰ ਸਪੋਰਟ ਕਰ ਰਹੇ ਨੇ। ਦੱਸੋ ਸਪੋਰਟ ਵੀ ਕਿਸ ਚੀਜ਼ ਦੀ ਵਾਸਤੇ ਮੰਗ ਰਹੀ ਹੈ ਔਰ ਉੱਥੇ ਧੰਨਵਾਦ ਵੀ ਕਿਹਦਾ ਕਰ ਰਹੀ ਹੈ। ਕਾਇਦਾ ਇੰਟਰਵਿਊ ਦੇ ਦੌਰਾਨ ਵੀ ਕਿਹਾ, ਇੱਕ ਨਿੱਜੀ ਚੈਨਲ ਦੇ ਉੱਤੇ ਕਿਹਾ ਕਿ ਸਾਡੀ ਭੈਣ ਆ, ਅਸੀਂ ਕੁਝ ਨਹੀਂ ਕਹਾਂਗੇ। ਉਹ ਕਹਿੰਦੇ ਇੱਥੇ ਤਾਂ ਰੋਜ਼ਾਨਾ ਸਟੂਡੈਂਟ ਆਉਂਦੇ ਨੇ, ਇਸ ਤਰ੍ਹਾਂ ਕਹਿੰਦੇ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ। ਜੇ ਹੀ ਕੱਲ ਇਹਦੇ ਘਰਦਿਆਂ ਨੇ ਕਹੀ ਹੁੰਦੀ, ਜੇ ਇਹਦੇ ਕਿਸੇ ਬਜ਼ੁਰਗ ਨੇ ਕਹੀ ਹੁੰਦੀ ਤਾਂ ਉਹਦੇ ਬਜ਼ੁਰਗ ਦੇ ਉੱਤੇ ਵਾਸਤੇ ਵੀ ਲਾਈਵ ਹੋ ਜਾਂਦੀ ਕਿ ਹਾਂ ਜੀ ਮੇਰੇ ਨਾਨੇ ਨੇ ਮੇਰੇ ਦਾਦੇ ਨੇ ਮੈਨੂੰ ਆਹ ਕਹਿਤਾ, ਮੇਰੀ ਦਾਦੀ ਨੇ ਮੇਰੀ ਨਾਨੀ ਨੇ ਮੈਨੂੰ ਆਹ ਕਹਿਤਾ। ਇਸ ਗੁਰੂ ਘਰ ਦੀ ਗੱਲ ਹੋ ਰਹੀ ਹੈ, ਇਹ ਉਹ ਗੁਰੂ ਘਰ ਹੈ ਜਿਸ ਦੀ ਤਾਰੀਫ ਪਾਰਲੀਮੈਂਟ ਦੇ ਵਿੱਚ ਵੀ ਹੋਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਦੋਂ ਕੋਵਿਡ-19 ਦਾ ਦੌਰ ਸੀ, ਲੋਕੀ ਘਰਾਂ ਦੇ ਵਿੱਚੋਂ ਬਾਹਰ ਕਦਮ ਰੱਖਣ ਤੋਂ ਡਰਦੇ ਸੀ ਕਿ ਸਾਨੂੰ ਕੋਵਿਡ ਨਾ ਹੋ ਜੇ, ਅਸੀਂ ਇਹਦੀ ਚਪੇਟ 'ਚ ਨਾ ਆ ਜਾਈਏ, ਸਾਡੀ ਜ਼ਿੰਦਗੀ ਨਾ ਖਤਮ ਹੋ ਜੇ। ਉਦੋਂ ਇਹ ਗੁਰੂ ਘਰ ਨੇ 1.1 ਮਿਲੀਅਨ ਡੱਬੇ ਵੰਡੇ ਨੇ। ਇਹ ਉਹੀ ਗੁਰੂ ਘਰ ਹੈ ਨਾ। ਉਦੋਂ ਨਹੀਂ ਇਸ ਗੁਰੂ ਘਰ ਨੇ ਫਿਰ ਸੋਚਿਆ ਕਿ ਪ੍ਰਸ਼ਾਦੇ ਘੱਟ ਦੇਣੇ ਨੇ, ਇਹਨੂੰ ਦੇਣੇ ਨੇ, ਉਹਨੂੰ ਦੇਣੇ ਨੇ, ਧਰਮ ਦੇਖ ਕੇ ਦੇਣੇ ਨੇ। ਕਮਿਊਨਿਟੀ ਨੂੰ ਨਾ ਦੇਖਦਿਆਂ ਹੋਇਆਂ ਉਹਨਾਂ ਨੇ ਨਿਰੰਤਰ ਸੇਵਾ ਜਾਰੀ ਰੱਖੀ। ਇਹ ਇੱਕ ਪ੍ਰਸ਼ਾਦੇ ਪਿੱਛੇ, ਕਿਉਂਕਿ ਆਪਾਂ ਦੇਖੀਏ ਤਾਂ ਇੱਕ ਪਾਸੇ ਤਾਂ ਸਿੱਖਾਂ ਨੂੰ ਮੰਨਿਆ ਜਾਂਦਾ ਕਿ ਗੁਰੂ ਨਾਨਕ ਸਾਹਿਬ ਦਾ ਚਲਾਇਆ ਲੰਗਰ ਪੂਰੀ ਦੁਨੀਆ ਢਿੱਡ ਭਰੀ ਜਾਂਦਾ ਹੈ। ਕਮਿਊਨਿਟੀ ਤੋਂ ਉੱਪਰ ਉੱਠ ਕੇ 135 ਪਰਿਵਾਰ ਅਜਿਹੇ ਨੇ ਕੈਲਗਰੀ ਦੇ ਵਿੱਚ ਜਿਹੜੇ ਕਿ ਹਰ ਮਹੀਨੇ ਇੱਥੋਂ ਦੀ ਸੁੱਕਾ ਰਾਸ਼ਨ ਲੈ ਕੇ ਜਾਂਦੇ ਨੇ, ਜਿਨ੍ਹਾਂ ਦੇ ਘਰੇ ਰਾਸ਼ਨ ਪ੍ਰੋਵਾਈਡ ਕੀਤਾ ਜਾਂਦਾ ਇਸ ਗੁਰੂ ਘਰ ਦੇ ਵੱਲੋਂ। ਇਹ ਵੀ ਤਾਂ ਇਹ ਗੁਰੂ ਘਰ ਉਹੀ ਹੈ ਨਾ ਜਿੱਥੇ ਰਾਸ਼ਨ ਜਾ ਰਹੇ ਹੈ। ਉਦੋਂ ਤਾਂ ਗੁਰੂ ਘਰ ਦੇ ਵਿੱਚ ਕਿਸ ਨੇ ਨਹੀਂ ਬੋਲਿਆ ਕਿ ਹਾਂ ਜੀ ਤੁਸੀਂ ਰਾਸ਼ਨ ਕਿਉਂ ਵੱਧ ਲੈ ਕੇ ਜਾ ਰਹੇ ਹੋ। ਤਿੰਨ ਲੋਕ ਉਹ ਜੌਬ ਦੇ ਉੱਤੇ ਨੇ ਜਿਹੜੇ ਲੰਗਰ ਬਣਾਉਂਦੇ, ਉਹਨਾਂ ਨੇ ਬੋਲਿਆ ਹੋਵੇ ਫਿਰ ਤਾਂ ਗੱਲ ਵੀ ਹੈ। ਜਿਹੜੇ ਸੇਵਾ ਕਰ ਰਹੇ ਨੇ ਉਹਨੂੰ ਪਤਾ ਨਹੀਂ ਕੌਣ ਆ ਕੇ ਸੇਵਾ ਕਰ ਲੈਂਦਾ। ਆਪਾਂ ਵੀ ਜਾਂਦੇ ਹਾਂ, ਆਪਾਂ ਨੂੰ ਵਿਹਲਾ ਟਾਈਮ ਮਿਲ ਜਾਂਦਾ, ਆਪਾਂ ਗੁਰੂ ਘਰ ਜਾਂਦੇ ਹਾਂ, ਆਪਾਂ ਕਹਿੰਦੇ ਚਲੋ ਨਾਲ ਸੇਵਾ ਦੇ ਵਿੱਚ ਹੱਥ ਵਟਾ ਦਿੰਦੇ ਹਾਂ। ਹੁਣ ਉੱਥੇ ਵੀ ਜੇ ਸੇਵਾ ਚੱਲ ਰਹੀ ਹੈ, ਜੇ ਕੋਈ ਬਜ਼ੁਰਗ ਆਏ ਹੋਏ ਨੇ, ਉਹਨਾਂ ਨੇ ਸੇਵਾ ਦੇ ਵਿੱਚ ਕਰਦਿਆਂ ਜੇ ਤੁਹਾਨੂੰ 19 ਕੀ ਗੱਲ ਕਹਿ ਵੀ ਦਿੱਤੀ ਤਾਂ ਕਿੰਨੀ ਕੁ ਵੱਡੀ ਗੱਲ ਹੋ ਗਈ ਯਾਰ। ਕੀ ਇਹਦੇ ਨਾਲ ਕੋਈ ਪਹਾੜ ਤਾਂ ਟੁੱਟ ਗਿਆ? ਨਾਲੇ ਕੱਲ੍ਹ ਨੂੰ ਕੋਈ ਇਹ ਵੀ ਗੱਲ ਹੈ ਨਾ ਕਿ ਕੱਲ੍ਹ ਨੂੰ ਕੋਈ ਤੁਹਾਡੇ ਤੇ ਵਿਪਤਾ ਪੈਂਦੀ, ਤੁਹਾਡੇ ਨਾਲ ਕੌਣ ਖੜੂ? ਜੇ ਤੁਸੀਂ ਆਪਦੀ ਕਮਿਊਨਿਟੀ ਨੂੰ ਇਸ ਕਦਰ ਬਦਨਾਮ ਕਰ ਦੋਗੇ, ਤੁਹਾਡੇ ਨਾਲ ਆ ਕੇ ਕੌਣ ਖੜੂਗਾ ਬਾਹਰਲੇ ਮੁਲਕ ਦੇ ਵਿੱਚ? ਰੋਟੀਆਂ ਤੇ ਜਿਹੜੇ ਕੰਬਲ ਨੇ ਉਹ ਗੁਰੂ ਘਰ ਤੋਂ ਜਾ ਰਹੇ ਨੇ ਬੱਚਿਆਂ ਨੂੰ। ਜਿਹੜੇ ਕੁਝ ਨਵੇਂ ਵਿਦਿਆਰਥੀ ਆ ਰਹੇ ਨੇ ਨਾ, ਕਿਉਂਕਿ ਜਾਂਦੇ ਸਾਰ ਤਾਂ ਹੁਣ ਆਬਵੀਅਸ ਜੀ ਗੱਲ ਹੈ ਸੈਟਲਮੈਂਟ ਹੁੰਦੀ ਨਹੀਂ ਔਰ ਠੰਡ ਉੱਥੇ ਐਕਸਟ੍ਰੀਮ ਵੈਦਰ ਹੈ ਨਾ, ਤੇ ਐਕਸਟ੍ਰੀਮ ਵੈਦਰ ਦੇ ਵਿੱਚ ਗੁਰੂ ਘਰ ਦੇ ਵਿੱਚ ਅਜੇ ਵੀ ਹਜ਼ਾਰਾਂ ਕੰਬਲ ਪਿਆ ਹੋਇਆ ਜਿਹੜਾ ਕਿ ਵਿਦਿਆਰਥੀਆਂ ਵਾਸਤੇ ਰੱਖਿਆ ਹੋਇਆ ਕਿ ਵਿਦਿਆਰਥੀ ਜੇ ਪੰਜਾਬ ਤੋਂ ਆ ਰਿਹਾ ਹੈ, ਕੋਈ ਵੀ ਆ ਰਿਹਾ, ਇਕੱਲਾ ਇਹ ਨਹੀਂ ਕਿ ਪੰਜਾਬ ਤੋਂ ਜਾਂ ਇਕੱਲਾ ਇਹ ਨਹੀਂ ਕਿ ਸਿੱਖ ਕਮਿਊਨਿਟੀ ਤੋਂ, ਕੋਈ ਵੀ ਕਮਿਊਨਿਟੀ ਤੋਂ ਉੱਪਰ ਉੱਠ ਕੇ ਕੋਈ ਵੀ ਵਿਦਿਆਰਥੀ ਆਉਂਦਾ ਉਹਦੇ ਵਾਸਤੇ ਕੰਬਲ ਗੁਰਦੁਆਰੇ ਘਰ ਦੇ ਵਿੱਚ ਪਏ ਹੋਏ ਨੇ। ਉਹ ਗੁਰਦੁਆਰੇ ਘਰ ਦੇ ਵਿੱਚੋਂ ਕੰਬਲ ਦਿੰਦੇ ਪਏ ਨੇ, ਉਹ ਵੀ ਸੇਵਾ ਚੱਲ ਰਹੀ ਹੈ। ਜਦੋਂ ਗੁਰੂ ਘਰ ਇੰਨੀਆਂ ਚੀਜ਼ਾਂ ਕਰ ਸਕਦਾ ਹੈ, ਇੰਨੇ ਵੱਡੇ ਕੰਮ ਕਰ ਸਕਦਾ ਹੈ, ਇੰਨੀਆਂ ਵੱਡੀ ਅਮਾਉਂਟ ਦੀਆਂ ਚੀਜ਼ਾਂ ਉਹ ਦਾਨ ਕਰ ਸਕਦਾ ਹੈ, ਤਾਂ ਉਹਨਾਂ ਨੂੰ ਯਾਰ 2 ਪਰੌਂਠਿਆਂ ਵਾਸਤੇ ਕੀ ਹੁੰਦਾ ਹੈ? ਕੋਈ ਵੱਡੀ ਚੀਜ਼ ਨਹੀਂ 2 ਪਰੌਂਠੇ ਵਾਸਤੇ। ਇੱਕ ਬਾਤ ਦਾ ਵਤੰਗੜ ਔਰ ਇੱਕ ਸਿਰਫ ਫੋਕੀ ਵਾਹ-ਵਾਹੀ ਖੱਟਣ ਦੇ ਵਿੱਚ ਇਹ ਕੁੜੀ ਦੇ ਵੱਲੋਂ ਕੰਮ ਕੀਤਾ ਗਿਆ, ਬਹੁਤ ਜੋ ਕਿ ਨਿੰਦਣਯੋਗ ਹੈ। ਤੁਸੀਂ ਤਾਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਨੂੰ ਉਹ ਥਾਂ ਦੇ ਉੱਤੇ ਗੁਰੂ ਘਰ ਮਿਲ ਰਿਹਾ ਹੈ। ਤੁਸੀਂ ਹੋਰ ਕਈ ਕੰਟਰੀਜ਼ ਦੇ ਵਿੱਚ ਜਾ ਕੇ ਦੇਖੋ ਜਿੱਥੇ ਗੁਰੂ ਘਰ ਨਹੀਂ ਮਿਲਦੇ, ਜਿੱਥੇ ਤੁਹਾਨੂੰ ਪੰਜਾਬੀ ਨਹੀਂ ਮਿਲਦੇ, ਜਿੱਥੇ ਤੁਹਾਨੂੰ ਪੰਜਾਬੀ ਨਜ਼ਰ ਹੀ ਨਹੀਂ ਆਉਂਦੇ, ਫਿਰ ਤੁਹਾਨੂੰ ਕਿੰਨੀ ਉੱਥੇ ਦਿੱਕਤਾਂ ਦਾ ਸਾਹਮਣਾ ਆਉਂਦਾ। ਤੁਸੀਂ ਯੂਰਪ ਵਾਲੇ ਪਾਸੇ ਚਲੇ ਜਾਓ ਜਾਂ ਕਿਸੇ ਹੋਰ ਇਹੋ ਜਿਹੀ ਆਈਸੋਲੇਟਿਡ ਥਾਵਾਂ ਦੇ ਉੱਤੇ ਜਿੱਥੇ ਪੰਜਾਬੀ ਅਜੇ ਨਹੀਂ ਉਹਨੇ ਤਰੀਕੇ ਦੇ ਨਾਲ ਜਾ ਕੇ ਵਸੇ, ਉਹਨਾਂ ਨੂੰ ਪੁੱਛ ਕੇ ਦੇਖੋ ਜਦੋਂ ਕੋਈ ਉਹਨਾਂ ਨੂੰ ਪੰਜਾਬੀ ਟੱਕਰ ਜਾਂਦਾ ਤਾਂ ਕਿੰਨੀ ਉਹਨਾਂ ਨੂੰ ਖੁਸ਼ੀ ਹੁੰਦੀ ਹੈ। ਜਦੋਂ ਕੋਈ ਪੰਜਾਬੀਆਂ ਨਾਲ ਮਿਲਦਾ, ਜਦੋਂ ਉਹ ਪੰਜਾਬੀ 'ਚ ਗੱਲ ਕਰਦਾ ਨਾ, ਉਹਨਾਂ ਨੂੰ ਪੁੱਛ ਕੇ ਦੇਖਿਆ ਕਰੋ ਕਿ ਹਾਂ ਫਿਰ ਉਹ ਕਿੰਨਾ ਖੁਸ਼ ਹੁੰਦੇ ਨੇ ਕਿ ਹਾਂ ਵੀ ਪਰਾਏ ਮੁਲਕ 'ਚ ਸਾਨੂੰ ਕੋਈ ਬੰਦਾ ਮਿਲਿਆ। ਜਾਂ ਤੁਹਾਨੂੰ ਦੇਖੋ ਪਰਾਏ ਮੁਲਕ ਦੇ ਵਿੱਚ ਗੁਰੂ ਘਰ ਮਿਲ ਰਹੇ ਨੇ, ਤੁਹਾਨੂੰ ਪੰਜਾਬੀ ਮਿਲ ਰਹੇ ਨੇ, ਤੁਸੀਂ ਉਹਦੀ ਕਦਰ ਤਾਂ ਕਰੋ ਨਾ ਘੱਟੋ ਘੱਟ। ਕੱਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੈਨੇਡਾ ਦੇ ਵਿੱਚ ਰਹਿ ਰਹੀ ਨੌਜਵਾਨ ਕੁੜੀ ਦੇ ਵੱਲੋਂ ਕੈਲਗਰੀ ਦੇ ਇੱਕ ਗੁਰੂ ਘਰ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਵਲੀ ਬੋਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਵੀਡੀਓ ਜਿਹੜੀ ਹੈ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਦੀ ਹੈ। ਅੱਜ ਉਸ ਵੀਡੀਓ ਦੇ ਉੱਪਰ ਚਰਚਾ ਕਰਾਂਗੇ ਕਿ ਗੁਰੂ ਘਰ ਦੇ ਖਿਲਾਫ ਅਜਿਹੀ ਸ਼ਬਦਾਵਲੀ ਵਰਤਣੀ ਜਾਂ ਅਜਿਹਾ ਬੋਲਣਾ ਉਹ ਵੀ ਪਬਲਿਕ ਡੋਮੇਨ ਦੇ ਵਿੱਚ ਆ ਕੇ ਆਖਰਕਾਰ
ਕਿੰਨਾ ਕੁ ਸਹੀ ਹੈ। ਮੇਰੇ ਨਾਲ ਮੇਰੇ ਸਹਿਯੋਗੀ ਗਗਨ ਨੇ। ਗਗਨ, ਕੱਲ ਉਹ ਵੀਡੀਓ ਸਾਰਿਆਂ ਨੇ ਦੇਖੀ ਜਦੋਂ ਇੱਕ ਕੁੜੀ NRI ਕੁੜੀ ਸੀ ਉੱਥੇ ਰਹਿ ਰਹੀ ਹੁੰਦੀ ਹੈ ਕੈਨੇਡਾ ਦੇ ਵਿੱਚ, ਪਰ ਉਹ ਇੱਕ ਕੈਲਗਰੀ ਦੇ ਵਿੱਚ ਗੁਰੂ ਘਰ ਨੂੰ ਲੈ ਕੇ ਥੋੜੀ ਬਹੁਤ ਗੱਲ ਨੂੰ ਲੈ ਕੇ ਹੀ ਜਿਹੜਾ ਇਸ਼ੂ ਬਣਾ ਲੈਂਦੀ ਹੈ, ਔਰ ਉਸ ਤੋਂ ਬਾਅਦ ਇਸ਼ੂ ਉਦੋਂ ਬਣਦਾ ਜਦੋਂ ਲਾਈਵ ਹੋ ਜਾਂਦੀ ਹੈ ਫੇਸਬੁੱਕ ਦੇ ਉੱਪਰ। ਬਿਲਕੁਲ ਮਨਦੀਪ ਜੋਤ, ਇੱਕ ਗੱਲ ਤਾਂ ਇਹ ਸਾਫ਼ ਹੈਗੀ ਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਕੋਲ ਸਬਰ ਨਹੀਂ ਹੈ। ਪੇਸ਼ੈਂਸ ਕੀ ਹੁੰਦੀ ਹੈ ਸ਼ਾਇਦ ਉਹ ਆਪਾਂ ਭੁੱਲ ਚੁੱਕੇ ਹਾਂ। ਸਣੇ ਆਪਣੇ ਵੀ ਆਪਾਂ ਆਪਣੀ ਵੀ ਗੱਲ ਕਹੀਏ ਤਾਂ ਸ਼ਾਇਦ ਸਾਡੇ ਕੋਲ ਵੀ ਉਹ ਪੇਸ਼ੈਂਸ ਨਹੀਂ ਹੈਗੀ। ਆਪਾਂ ਉਹ ਚੀਜ਼ ਨੂੰ ਚੰਗੇ ਤਰੀਕੇ ਦੇ ਨਾਲ ਦੇਖਦੇ ਨਹੀਂ ਆ, ਘੋਖਦੇ ਨਹੀਂ ਆ, ਔਰ ਬਹੁਤ ਜਲਦ ਉਸ ਦੇ ਉੱਤੇ ਰਿਐਕਸ਼ਨ ਕਰ ਦਿੰਦੇ ਆ। ਐਕਸ਼ਨ ਦੇ ਉੱਤੇ ਰਿਐਕਸ਼ਨ ਹੋ ਜਾਂਦਾ ਹੈ। ਸ਼ਾਇਦ ਉਹੀ ਕੰਮ ਮੀਡੀਆ ਦਾ ਵੀ ਹੋਇਆ, ਉਹਨਾਂ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਬਹੁਤ ਛੇਤੀ ਚੱਕ ਲਿੱਤਾ ਗਿਆ। ਸਾਰੇ ਮੀਡੀਆ ਹਾਊਸਿਸ ਦਾ, ਸਣੇ ਆਪਣੇ ਵੀ ਉਸ ਚੀਜ਼ ਨੂੰ ਚੱਕ ਲਿੱਤਾ ਗਿਆ। ਪਰ ਅਸਲ ਉਹਦੀ ਕਹਾਣੀ ਕੀ ਸੀਗੀ ਉਸ ਦੇ ਉੱਤੇ ਕਿਸ ਨੇ ਸੋਚ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਮੈਂ ਕਹਿੰਦਾ ਕਿ ਅਸੀਂ ਆਪ ਮਾਫੀ ਮੰਗਦੇ ਹਾਂ ਕਿ ਜਿਹੋ ਜਿਹੀ ਸ਼ਬਦਾਵਲੀ ਉਹ ਟਾਈਟਲ ਦੇ ਵਿੱਚ ਵੀ ਸੀਗੀ ਉਹ ਨਹੀਂ ਹੋਣੀ ਚਾਹੀਦੀ ਸੀਗੀ। ਪਰ ਫਿਰ ਵੀ ਸੱਚ ਕੀ ਹੈ, ਅਸਲ ਕਹਾਣੀ ਕੀ ਹੈ, ਜਿਵੇਂ ਆਪਾਂ ਕਿਹਾ ਕਿ ਪੇਸ਼ੈਂਸ ਨਹੀਂ ਬਚੀ ਹੈ ਕਿਸੇ ਕੋਲੇ। ਔਰ ਉਹੀ ਕੱਲ ਜੋ ਘਟਨਾ ਵਾਪਰਦੀ ਹੈ ਦਸ਼ਮੇਸ਼ ਕਲਚਰ ਸੈਂਟਰ ਜੋ ਗੁਰੂ ਘਰ ਹੈ ਉੱਥੇ ਕੈਲਗਰੀ ਦੇ ਵਿੱਚ, ਉਸ ਦੇ ਵਿੱਚ ਕੁੜੀ ਪ੍ਰਸ਼ਾਦਾ ਲੈਣ ਵਾਸਤੇ ਜਾਂਦੀ ਹੈ। ਸਵੇਰ ਦਾ ਟਾਈਮ ਹੈਗਾ। ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਉਹ ਇਹੀ ਕਰਦੇ ਨੇ ਕਿਉਂਕਿ ਘਰੇ ਤਾਂ ਟਾਈਮ ਨਹੀਂ ਮਿਲਦਾ। ਜੌਬ ਪ੍ਰੋਫਾਈਲ ਇਹੋ ਜਿਹੀਆਂ ਉਹਨਾਂ ਦੀਆਂ ਬਿਜ਼ੀ ਹੋ ਰੱਖੀਆਂ ਨੇ, ਉਹਨਾਂ ਦਾ ਸ਼ੈਡਿਊਲ ਇੰਨਾ ਬਿਜ਼ੀ ਹੁੰਦਾ ਕਿ ਉਹ ਟਾਈਮ ਨਹੀਂ ਮਿਲ ਪਾਉਂਦਾ। ਤਾਂ ਸੋਚਦੇ ਆ ਕਿ ਗੁਰੂ ਘਰ ਜਾ ਕੇ ਮੱਥਾ ਵੀ ਟੇਕ ਲਵਾਂਗੇ, ਨਾਲੇ ਪ੍ਰਸ਼ਾਦਾ ਵੀ ਛਕ ਲਵਾਂਗੇ। ਔਰ ਉਹੀ ਗੱਲ ਹੋਈ ਕੱਲ ਜਦੋਂ ਸਵੇਰੇ ਕੁੜੀ ਉਹ ਜਾਂਦੀ ਹੈ ਉੱਥੇ ਜਾ ਕੇ ਉਹ ਪ੍ਰਸ਼ਾਦਾ ਛਕਦੀ ਹੈ। ਔਰ ਸਵੇਰ ਦਾ ਟਾਈਮ ਸੀਗਾ। ਔਰ ਜੋ ਸਾਡੀ ਗੱਲਬਾਤ ਹੁਣ ਉੱਥੋਂ ਦੇ ਸੰਬੰਧਕ ਲੋਕਾਂ ਦੇ ਨਾਲ ਹੋਈ ਹੈ, ਜੋ ਫੀਡਬੈਕ ਅਸੀਂ ਲਿੱਤੀ, ਜੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਨਿਕਲ ਕੇ ਸਾਹਮਣੇ ਆਈਆਂ ਨੇ। ਇੱਕ ਗੱਲ ਤਾਂ ਇਹ ਹੈ ਕਿ ਉਸ ਟਾਈਮ ਜਦੋਂ ਉਹ ਕੁੜੀ ਉੱਥੇ ਗੁਰੂ ਘਰ ਦੇ ਵਿੱਚ ਗਈ ਤਾਂ ਉਸ ਟਾਈਮ ਦੇ ਉੱਤੇ ਪੂਰਾ ਲੰਗਰ ਉਵੇਂ ਦਾ ਨਹੀਂ ਚੱਲ ਰਿਹਾ ਹੁੰਦਾ ਜਿਹੜਾ ਕਿ 9 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ। ਕਿਉਂਕਿ ਅਸੀਂ ਵੇਖਦੇ ਹਾਂ ਗੁਰੂ ਘਰ ਦੇ ਵਿੱਚ ਲੰਗਰ ਜਿਹੜਾ ਹੈ ਉਹ ਦਾਲ ਫੁਲਕਾ ਸਬਜ਼ੀ ਜਿਹੜੀ ਹੈਗੀ ਹੈ ਉਹ 8-9 ਵਜੇ ਤੋਂ ਬਾਅਦ ਸ਼ੁਰੂ ਹੁੰਦੀ ਹੈ ਨਾ। ਤਾਂ ਉਹੀ ਕੰਮ ਸੀ, ਇਹ ਗੁਰੂ ਘਰ ਦੇ ਵਿੱਚ ਸਵੇਰੇ 4 ਵਜੇ ਬੀਬੀਆਂ ਪਹੁੰਚ ਜਾਂਦੀਆਂ ਨੇ ਲੰਗਰ ਬਣਾਉਣ ਵਾਸਤੇ, ਪ੍ਰਸ਼ਾਦੇ ਬਣਾਉਣ ਵਾਸਤੇ। ਤਾਂ ਉਹਨਾਂ ਦੇ ਵੱਲੋਂ ਕੀ ਕੀਤਾ ਜਾਂਦਾ, ਪਹਿਲਾਂ ਗ੍ਰੰਥੀ ਸਿੰਘ ਜਿਹੜੇ ਹੁੰਦੇ ਨੇ ਜਾਂ ਫਿਰ ਜਿਹੜੇ ਪਾਠੀ ਹੁੰਦੇ ਨੇ ਉਹਨਾਂ ਦੇ ਵਾਸਤੇ ਕੁਝ ਕੁ ਪ੍ਰਸ਼ਾਦੇ ਲਾ ਦਿੱਤੇ ਜਾਂਦੇ ਨੇ। ਉਹ ਪ੍ਰਸ਼ਾਦੇ ਲਾ ਦਿੰਦੇ ਨੇ। 150-300 ਪ੍ਰਸ਼ਾਦਾ ਹੁੰਦਾ ਹੈ ਜਿਹੜਾ ਕਿ ਉੱਥੇ ਦਾ ਗੁਰੂ ਘਰ ਦਾ ਜਿਹੜਾ ਸਟਾਫ ਹੈਗਾ ਜਾਂ ਜਿਹੜੇ ਕੁਝ ਬਹੁਤ ਹੀ ਲੋੜਵੰਦ ਬੰਦੇ ਨੇ ਉਹ ਛਕ ਲੈਂਦੇ ਨੇ। ਔਰ ਪ੍ਰਸ਼ਾਦ ਨੂੰ ਆਪਾਂ ਪ੍ਰਸ਼ਾਦ ਵਾਂਗੂ ਖਾਈਏ, ਆਪਾਂ ਢਿੱਡ ਭਰਨ ਵਾਸਤੇ ਨਾ ਖਾ ਲਈਏ ਕਿ ਹਾਂ ਜੀ ਅਸੀਂ ਢਿੱਡ ਭਰ ਕੇ ਉੱਥੋਂ ਰੱਜ ਕੇ ਹੀ ਦਫ਼ਤਰ ਜਾਣਾ, ਅਸੀਂ ਕੰਮ ਦੇ ਉੱਤੇ ਜਾਣਾ। ਉਹ 150-300 ਪ੍ਰਸ਼ਾਦੇ ਬੀਬੀਆਂ ਲਾਉਂਦੀਆਂ ਨੇ ਤਾਂ ਕਿ ਜਿਹੜਾ ਉਸ ਵੇਲੇ ਦਾ ਮਾਹੌਲ ਹੈ, ਜਿਹੜੇ ਉੱਥੇ ਲੋਕ ਪ੍ਰੈਜ਼ੈਂਟ ਨੇ ਉਹ ਉਸ ਨੂੰ ਛਕ ਸਕਣ ਔਰ ਅੱਗੇ ਤੋਂ ਆਪਣਾ ਕੰਮ ਤੋਰ ਸਕਣ। ਕਿਉਂਕਿ ਹੋਰਾਂ ਨੇ ਵੀ ਖਾਣਾ ਹੁੰਦਾ ਆ ਕੇ। ਬਿਲਕੁਲ, ਹੋਰਾਂ ਨੇ ਵੀ ਖਾਣਾ ਹੁੰਦਾ। ਔਰ ਆਪਾਂ ਨੂੰ ਤਾਂ ਪ੍ਰਸ਼ਾਦ ਦਾ ਇੱਕ ਨਵਾਲਾ ਮਿਲ ਜੇ, ਆਪਾਂ ਉਹਦੇ ਵਿੱਚ ਹੀ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅੱਛਾ ਗੁਰੂ ਘਰ ਤੋਂ ਆਪਾਂ ਨੂੰ ਪ੍ਰਸ਼ਾਦ ਮਿਲ ਗਿਆ, ਇਹੀ ਬਹੁਤ ਹੈ। ਆਪਾਂ ਅਕਸਰ ਦੇਖਦੇ ਹਾਂ ਮਨਦੀਪ ਜੋਤ, ਜਦੋਂ ਆਪਣੇ ਕੋਈ ਸੱਜਣ ਕਿਸੇ ਗੁਰੂ ਘਰ ਦੇ ਧਾਰਮਿਕ ਥਾਵਾਂ ਦੇ ਉੱਤੇ ਦਰਸ਼ਨਾਂ ਦੇ ਲਈ ਜਾਂਦੇ ਨੇ, ਕਿੰਨਾ ਉੱਥੋਂ ਦੀ ਕੀ ਲੰਗਰ ਦਾ ਪੈਕਟ ਭਰ ਕੇ ਲਿਆਉਂਦੇ ਨੇ। ਗੁਰੂ ਘਰ ਦੇ ਵਿੱਚ ਇੱਕ ਪੈਕਟ ਮਿਲਦਾ ਹੈ ਪੰਜੀਰੀ ਦਾ ਜਾਂ ਜੋ ਵੀ ਮਿਲਦਾ ਹੈ, ਥੋੜਾ ਜਿਹਾ ਪੈਕਟ ਹੁੰਦਾ, ਆਪਾਂ ਥੋੜਾ ਸਭ ਦੇ ਮੂੰਹ ਦੇ ਉੱਤੇ ਲਾ ਲੈਂਦੇ ਆ ਕਿ ਯਾਰ ਚਲੋ ਕਿ ਆਪਾਂ ਗੁਰੂ ਘਰ ਤੋਂ ਪ੍ਰਸ਼ਾਦ ਛਕ ਲਿਆ। ਤਾਂ ਜੇ ਤੁਸੀਂ ਹੁਣ ਸਵੇਰੇ ਆਏ ਹੋ, ਤੁਸੀਂ ਜਿੰਨਾ ਕੁ ਖਾਣਾ ਹੈ ਤੁਸੀਂ ਲੋੜ ਦੇ ਹਿਸਾਬ ਨਾਲ ਉੱਥੇ ਬਹਿ ਕੇ, ਮੈਨੂੰ ਲੱਗਦਾ ਕੋਈ ਅਜਿਹਾ ਗੁਰੂ ਘਰ ਨਹੀਂ ਹੋਊਗਾ ਜਿਹੜਾ ਕਦੀ ਕਿਸੇ ਬੰਦੇ ਨੂੰ ਲੰਗਰ ਦੇਣ ਤੋਂ ਮਨਾ ਕਰ ਦਿੰਦਾ ਹੋਵੇ। ਆਪਣੀ ਵੀ ਕਿੰਨੀ ਉਮਰ ਹੋ ਗਈ, ਆਪਾਂ ਕਿੰਨੀ ਥਾਵਾਂ ਦੇ ਉੱਤੇ ਲੰਗਰ ਹੀ, ਮੈਨੂੰ ਲੱਗਦਾ ਆਪਾਂ ਜਦੋਂ ਬਾਹਰ ਹੁੰਦੇ ਆ ਕਿਹੋ ਜਿਹੀ ਆਪਾਂ ਰਿਪੋਰਟਿੰਗ ਕਰ ਰਹੇ ਹੁੰਦੇ ਆ ਜਿੱਥੇ ਸਾਨੂੰ ਕੋਈ ਢਾਬੇ ਨਹੀਂ ਮਿਲਦੇ, ਕੁਝ ਨਹੀਂ ਮਿਲਦੇ, ਆਪਾਂ ਹੜਾਂ ਦੀ ਆਪਾਂ ਗੱਲ ਕਰ ਲਈਏ, ਆਪਾਂ ਉੱਥੇ ਲੰਗਰ ਹੀ ਛਕੇ ਨੇ। ਕਿੰਨੀ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਤਾਂ ਇੱਥੇ ਲੰਗਰ ਪਹੁੰਚਾ ਦਿੰਦੇ ਨੇ। ਪਾਣੀਆਂ ਦੇ ਵਿੱਚ ਇੰਨੇ ਨੇ 20-20 ਫੁੱਟ ਪਾਣੀ ਚੜਿਆ ਹੋਇਆ, ਉਹਦੇ ਵਿੱਚ ਬੋਰਡ ਦੇ ਰਾਹੀਂ ਲੰਗਰ ਪਹੁੰਚ ਜਾਂਦਾ ਹੈ। ਤਾਂ ਗੁਰੂ ਘਰ ਤਾਂ ਫਿਰ ਕੀ ਇਹਨਾਂ ਦੇ ਵਾਸਤੇ ਕੋਈ ਵੱਡੀ ਗੱਲ ਹੈ। ਕੋਈ ਜੇ ਬਿਸਕੁਟ ਦਾ ਪੈਕਟ ਦੇ ਰਿਹਾ ਤਾਂ ਆਪਾਂ ਇੱਕ ਡੱਬੀ ਲੈਣਾ, ਕਦੇ ਕੋਈ ਹੋਰ ਲੈ ਲੈਂਦਾ। ਬਿਲਕੁਲ ਸਾਰੀ ਆਪਾਂ ਕਹਾਂਗੇ ਸਾਨੂੰ ਦੇ ਤਾਂ ਦੂਜੇ ਕੌਣ ਖਾਣਗੇ। ਬਿਲਕੁਲ ਉਹੀ ਗੱਲ ਹੈ। ਹੁਣ ਬੀਬੀ ਨੇ ਉੱਥੇ ਇੱਕ ਪ੍ਰਸ਼ਾਦਾ ਛਕ ਲਿਆ, 2 ਛਕ ਲਏ, ਪਰ ਕਹਿੰਦੇ ਬੀਬੀ ਨੂੰ ਇਹ ਵੀ ਸੀਗਾ ਕਿ ਮੈਂ ਦਫ਼ਤਰ ਵੀ ਪਰੌਂਠੀਆਂ ਲੈ ਜਾ ਆਪਣੇ ਨਾਲ। ਹੁਣ ਦੇਖੋ ਬਹੁਤ ਸਾਰੇ ਕਮੈਂਟ ਆ ਰਹੇ ਨੇ, ਬਹੁਤ ਸਾਰੀਆਂ ਤਸਵੀਰਾਂ ਹੁਣ ਨਿਕਲ ਕੇ ਲੋਕਾਂ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਬੀਬੀ ਰੀਲਾਂ ਵੀ ਬਣਾ ਰਹੀ ਹੈ, ਮੇਕਅਪ ਕਰਨ ਦਾ ਵੀ ਟਾਈਮ ਹੈ। ਹਾਲਾਂਕਿ ਉਹਦੀ ਪਰਸਨਲ ਜ਼ਿੰਦਗੀ ਹੈ, ਜੋ ਮਰਜ਼ੀ ਕਰੇ, ਪਰ ਕੀ ਬੀਬੀ ਦੇ ਕੋਲ ਇੰਨਾ ਟਾਈਮ ਨਹੀਂ ਸੀਗਾ ਕਿ ਉਹ ਜਿਹੜਾ ਬਾਹਰ ਆ ਕੇ ਉਹਨੇ ਟਾਈਮ ਵੇਸਟ ਕੀਤਾ ਟਿਕਟੌਕ ਦੇ ਉੱਤੇ, ਜਿਸ ਮਰਜ਼ੀ ਉਹ ਜਿਹੜੇ ਪਲੇਟਫਾਰਮ ਦੇ ਉੱਤੇ ਲਾਈਵ ਹੋਈ ਹੈ, ਉਸ ਦੇ ਉੱਤੇ ਲਾਈਵ ਹੋਣ ਤੋਂ ਪਹਿਲਾਂ ਉਹ ਪ੍ਰਬੰਧਕਾਂ ਦੇ ਨਾਲ ਉਹਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਕੱਲ੍ਹ ਲੋਕਾਂ ਨੂੰ ਨਾ ਇਹ ਵੀ ਆਦਤ ਪੈ ਚੁੱਕੀ ਹੈ ਕਿ ਬਹੁਤ ਸ਼ਾਰਟਕਟ ਭਾਲਦੇ ਨੇ ਫੇਮ ਦੇ ਚੱਕਰਾਂ ਦੇ ਵਿੱਚ। ਬੀਬੀ ਨੂੰ ਹੋਊਗਾ ਕਿ ਹਾਂ ਜੀ ਹਾਂ ਵੱਡਾ ਮੁੱਦਾ ਮਿਲ ਗਿਆ, ਮੈਨੂੰ ਤਾਂ ਗੁਰੂ ਘਰ ਦੇ ਵਿੱਚ ਉਹਨਾਂ ਨੇ ਬਾਬੇ ਨੇ ਪਰੌਂਠੀ ਦੇਣ ਤੋਂ ਮਨਾ ਕਰਤਾ, ਤਾਂ ਇਹਦੇ ਚੱਕਰ 'ਚ ਮੈਂ ਟਿਕਟੌਕ ਤੇ ਲਾਈਵ ਹੋ ਜਾਵਾਂਗਾ। ਨਾਲੇ ਹੁਣ ਬੀਬੀ ਕਹਿੰਦੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਨਾ। ਸਪੋਰਟ ਨੂੰ ਦੱਸ ਬੀਬੀ, ਤੂੰ ਇੱਥੇ ਪਾਰਲੀਮੈਂਟ ਦੇ ਲੋਕ ਭਲਾਈ ਦਾ ਕੰਮ ਕੀਤਾ, ਤੂੰ ਇੱਥੇ ਪਾਰਲੀਮੈਂਟ ਦੀਆਂ ਚੋਣਾਂ ਲੜ ਰਹੀ ਹੈ ਉੱਥੇ ਦੀਆਂ, ਜਿਹੜੀ ਤੈਨੂੰ ਸਪੋਰਟ ਕਰ ਰਹੇ ਨੇ। ਦੱਸੋ ਸਪੋਰਟ ਵੀ ਕਿਸ ਚੀਜ਼ ਦੀ ਵਾਸਤੇ ਮੰਗ ਰਹੀ ਹੈ ਔਰ ਉੱਥੇ ਧੰਨਵਾਦ ਵੀ ਕਿਹਦਾ ਕਰ ਰਹੀ ਹੈ। ਮੈਂ ਇੱਥੇ
ਵਡਿਆਈ ਕਰਨਾ ਚਾਹੂੰਗਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਉਹਨਾਂ ਦੀ ਦਾ। ਉਹ ਕਹਿੰਦੇ ਫੇਰ ਵੀ ਕੋਈ ਚੱਕਰ ਨਹੀਂ, ਸਾਡੀ ਧੀ ਆ, ਅਸੀਂ ਮਾਫੀ ਮੰਗ ਲੈਂਦੇ ਆ। ਜੇ ਉਹਨੇ ਬਕਾਇਦਾ ਇੰਟਰਵਿਊ ਦੇ ਦੌਰਾਨ ਵੀ ਕਿਹਾ, ਇੱਕ ਨਿੱਜੀ ਚੈਨਲ ਦੇ ਉੱਤੇ ਕਿਹਾ ਕਿ ਸਾਡੀ ਭੈਣ ਆ, ਅਸੀਂ ਕੁਝ ਨਹੀਂ ਕਹਾਂਗੇ। ਉਹ ਕਹਿੰਦੇ ਇੱਥੇ ਤਾਂ ਰੋਜ਼ਾਨਾ ਸਟੂਡੈਂਟ ਆਉਂਦੇ ਨੇ, ਇਸ ਤਰ੍ਹਾਂ ਕਹਿੰਦੇ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ। ਕਹਿੰਦੇ ਠੀਕ ਹੈ, ਜੇ ਕੋਈ ਇੱਕ ਅੱਧੀ ਕੋਈ ਗੱਲ ਹੋਊਗੀ ਤਾਂ ਏਡੀ ਗੱਲ ਨਹੀਂ, ਸਾਡੇ ਨਾਲ ਗੱਲ ਕਰ ਸਕਦੀ ਸੀ ਆ ਕੇ। ਬਿਲਕੁਲ ਬਿਲਕੁਲ, ਉਹ ਕਹਿੰਦੇ ਕਿ ਥਾਂ ਥਾਂ ਦੇ ਉੱਤੇ ਨੰਬਰ ਲਾਏ ਹੋਏ ਨੇ ਗੁਰੂ ਘਰ ਦੇ ਵਿੱਚ, ਔਰ ਇਦਾਂ ਇਹਨੂੰ ਵੀ ਨਹੀਂ ਹੋਊਗਾ। ਜੇ ਮਨਦੀਪ ਜੋਤ ਆਪਾਂ ਕਿਸੇ ਥਾਂ ਦੇ ਉੱਤੇ ਰਹਿੰਦੇ ਆ, ਆਪਾਂ ਇੱਥੇ ਰਹਿੰਦੇ ਆ, ਆਪਾਂ ਨੂੰ ਪਤਾ ਹੁੰਦਾ ਆਪਾਂ ਗੁਰੂ ਘਰ ਦੇ ਵਿੱਚ ਜਿਸ ਜਾ ਰਹੇ ਆ ਉਹਦਾ ਇੰਚਾਰਜ ਕੌਣ ਹੈ, ਉਹਦਾ ਕੇਅਰ ਟੇਕਰ ਕੌਣ ਹੈ, ਕੌਣ ਉਹਨੂੰ ਦੇਖ ਕਰਦਾ, ਉਹਦੀ ਸੇਵਾ ਸੰਭਾਲ ਕਰਦਾ, ਸਭ ਨੂੰ ਪਤਾ ਹੁੰਦਾ ਹੈ। ਐਦਾਂ ਨਹੀਂ ਹੋਊਗਾ ਕਿ ਬੀਬੀ ਨੂੰ ਨਾ ਪਤਾ ਹੋਵੇ। ਕਿਤੇ ਨਾ ਕਿਤੇ ਇੱਕ ਇਹ ਵੀ ਹੋ ਸਕਦਾ ਕਿ ਉਸ ਬੀਬੀ ਨੇ, ਕਿਉਂਕਿ ਜੇ ਆਪਾਂ ਦੇਖੀਏ ਕੋਈ ਨਾਰਮਲ ਗੱਲ ਹੁੰਦੀ ਆ ਤਾਂ ਆਪਾਂ ਆਸੇ-ਪਾਸੇ ਲੋਕਾਂ ਨੂੰ ਕਹਿ ਦਿੰਦੇ ਆ, ਕੋਈ ਤਾਂ ਉੱਥੇ ਹੋਣਾ ਹੀ ਆ, ਸੇਵਾਦਾਰ ਤੋਂ ਬਾਅਦ ਕਿਸੇ ਨੂੰ ਕਹਿ ਸਕਦੀ ਸੀ ਉਹ। ਪਰ ਜਿਸ ਹਿਸਾਬ ਦੇ ਨਾਲ ਲਾਈਵ ਹੋਈ, ਪਬਲਿਕ ਡੋਮੇਨ ਦੇ ਵਿੱਚ ਆਈ, ਇਹ ਵੀ ਕਿਤੇ ਨਾ ਕਿਤੇ ਬਹੁਤ ਖਤਰਨਾਕ ਗੱਲ ਹੈ। ਬਿਲਕੁਲ, ਔਰ ਵੱਡੀ ਗੱਲ ਇਹ ਵੀ ਹੈ ਨਾ ਮਨਦੀਪ ਜੋਤ, ਹੁਣ ਘਰੇ ਆਪਾਂ ਬੈਠੇ ਹੁੰਦੇ ਆ, ਆਪਣੇ ਬਜ਼ੁਰਗ ਜਿਹੜੇ ਬਜ਼ੁਰਗਾਂ ਦੀ ਆਦਤ ਹੋ ਜਾਂਦੀ ਹੈ ਹਨਾ, ਬੇਸਿਕਲੀ ਜੇ ਆਪਾਂ ਦੇਖੀਏ ਬਜ਼ੁਰਗ ਕਹਿਣ ਲੱਗੇ ਸੋਚਦੇ ਨਹੀਂ ਹੈਗੇ ਕੀ ਬੋਲ ਰਹੇ ਨੇ, ਔਰ ਉਹੀ ਗੱਲ ਉੱਥੇ ਬਜ਼ੁਰਗ ਨੇ ਕਹਿ ਦਿੱਤੀ ਹੋਊਗੀ ਕਿ ਬੀਬੀ ਤੂੰ ਜ਼ਿਆਦਾ ਪਰੌਂਠੇ ਤਾਂ ਨਹੀਂ ਲੈ ਲੈ, ਤੂੰ ਘੱਟ ਲੈ ਲੈ, ਕੁਝ ਵੀ ਜੋ ਵੀ ਕਿਹਾ ਹੋਊਗਾ। ਜੇ ਇਹੀ ਗੱਲ ਇਹਦੇ ਘਰਦਿਆਂ ਨੇ ਕਹੀ ਹੁੰਦੀ, ਜੇ ਇਹਦੇ ਕਿਸੇ ਬਜ਼ੁਰਗ ਨੇ ਕਹੀ ਹੁੰਦੀ, ਤਾਂ ਉਹਦੇ ਬਜ਼ੁਰਗ ਦੇ ਉੱਤੇ ਵਾਸਤੇ ਵੀ ਲਾਈਵ ਹੋ ਜਾਂਦੀ ਕਿ ਹਾਂ ਜੀ ਮੇਰੇ ਨਾਨੇ ਨੇ, ਮੇਰੇ ਦਾਦੇ ਨੇ ਮੈਨੂੰ ਆਹ ਕਹਿਤਾ, ਮੇਰੀ ਦਾਦੀ ਨੇ, ਮੇਰੀ ਨਾਨੀ ਨੇ ਮੈਨੂੰ ਆਹ ਕਹਿਤਾ। ਇਹ ਕਿਉਂ ਇਹੋ ਜਿਹੇ ਮੌਕੇ ਲੱਭਦੇ ਨੇ ਕੁੜੀਆਂ ਮੁੰਡੇ ਕਿ ਅਸੀਂ ਸ਼ਾਰਟਕਟ ਫੇਮ ਭਾਲ ਲਈ। ਔਰ ਉੱਥੇ ਜਿੱਥੇ ਇਸ ਗੁਰੂ ਘਰ ਦੀ ਗੱਲ ਹੋ ਰਹੀ ਹੈ, ਇਹ ਉਹ ਗੁਰੂ ਘਰ ਹੈ ਜਿਸ ਦੀ ਤਾਰੀਫ ਪਾਰਲੀਮੈਂਟ ਦੇ ਵਿੱਚ ਵੀ ਹੋਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਜਦੋਂ ਕੋਵਿਡ-19 ਦਾ ਦੌਰ ਸੀ, ਲੋਕੀ ਘਰਾਂ ਦੇ ਵਿੱਚੋਂ ਬਾਹਰ ਕਦਮ ਰੱਖਣ ਤੋਂ ਡਰਦੇ ਸੀ ਕਿ ਸਾਨੂੰ ਕੋਵਿਡ ਨਾ ਹੋ ਜਾਏ, ਅਸੀਂ ਇਹਦੀ ਚਪੇਟ 'ਚ ਨਾ ਆ ਜਾਈਏ, ਸਾਡੀ ਜ਼ਿੰਦਗੀ ਨਾ ਖਤਮ ਹੋ ਜਾਏ, ਉਦੋਂ ਇਹ ਗੁਰੂ ਘਰ ਨੇ 1.1 ਮਿਲੀਅਨ ਡੱਬੇ ਵੰਡੇ ਨੇ। ਇਹ ਉਹੀ ਗੁਰੂ ਘਰ ਹੈ ਨਾ। ਉਦੋਂ ਨਹੀਂ ਇਸ ਗੁਰੂ ਘਰ ਨੇ ਫਿਰ ਸੋਚਿਆ ਕਿ ਪ੍ਰਸ਼ਾਦੇ ਘੱਟ ਦੇਣੇ ਨੇ, ਇਹਨੂੰ ਦੇਣੇ ਨੇ, ਉਹਨੂੰ ਦੇਣੇ ਨੇ, ਧਰਮ ਦੇਖ ਕੇ ਦੇਣੇ ਨੇ। ਕਮਿਊਨਿਟੀ ਨੂੰ ਨਾ ਦੇਖਦਿਆਂ ਹੋਇਆਂ ਉਹਨਾਂ ਨੇ ਨਿਰੰਤਰ ਸੇਵਾ ਜਾਰੀ ਰੱਖੀ, ਔਰ ਇਸ ਦੀ ਤਾਰੀਫ ਪਾਰਲੀਮੈਂਟ ਦੇ ਵਿੱਚ ਹੋਈ। ਜਸਟਿਨ ਟਰੂਡੋ ਉਹਨਾਂ ਨੇ ਤਾਰੀਫ ਕੀਤੀ। ਔਰ ਇੰਨਾ ਹੀ ਨਹੀਂ ਕਿ ਡੱਬੇ ਇੱਕ ਨਾਮ ਦੇ ਉੱਤੇ ਵੰਡਦੇ, ਡੱਬਿਆਂ ਦੇ ਵਿੱਚ ਦਾਲ ਵੀ ਸੀ, ਸਬਜ਼ੀ ਵੀ ਸੀ, ਚੌਲ ਵੀ ਸੀ, ਫੁਲਕੇ ਵੀ ਸੀ, ਪੂਰੀ ਥਾਲੀ ਪੈਕ ਕਰਕੇ। ਔਰ ਇੱਕ ਡੱਬੇ ਦੀ ਕਾਸਟ, ਜਿਹੜਾ ਡੱਬਾ ਸੀਗਾ, ਕਹਿੰਦੇ ਉਹਦੀ ਕਾਸਟ $3 ਦੀ ਸੀਗੀ। $3 ਦਾ ਤਾਂ ਇਕੱਲਾ ਡੱਬਾ ਹੁੰਦਾ ਸੀਗਾ ਮਨਦੀਪ ਜੋਤ। ਤਾਂ ਜਦੋਂ ਉਦੋਂ ਇੰਨੀ ਸੇਵਾ ਕਰ ਰਹੇ ਨੇ, ਹੁਣ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਵਿੱਚ ਕੀ ਦਿੱਕਤ ਆਉਣੀ ਸੀਗੀ? ਹੁਣ ਵੀ ਤਾਂ ਕਿੰਨੇ ਲੋਕ ਉੱਥੇ ਆ ਕੇ ਪ੍ਰਸ਼ਾਦਾ ਛਕਦੇ ਨੇ, ਔਰ ਲਗਾਤਾਰ ਸੇਵਾ ਜਾਰੀ ਹੈ। ਉੱਥੇ ਇਹ ਵੀ ਦੱਸ ਰਹੇ ਸੀਗੇ, ਮੈਂ ਗੱਲਬਾਤ ਕੀਤੀ ਇੱਕ ਸੱਜਣ ਉਹਨਾਂ ਦੇ ਨਾਲ, ਤਾਂ ਉਹਨਾਂ ਨੇ ਜੋ ਆંકੜੇ ਦੱਸੇ, ਜੋ ਚੀਜ਼ਾਂ ਦੱਸੀਆਂ, ਉਹ ਸੁਣ ਕੇ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੈ ਕਿ ਦੇਖੋ ਸਾਡੇ ਪੰਜਾਬੀ, ਸਾਡੀ ਸਿੱਖ ਕਮਿਊਨਿਟੀ ਕਿੱਥੇ ਕਿੱਥੇ ਜਾ ਕੇ ਸੇਵਾ ਕਰ ਰਹੀ ਹੈ, ਕਿਵੇਂ ਨਾਮ ਉੱਥੇ ਰੋਸ਼ਨ ਕਰ ਰਹੀ ਹੈ। ਔਰ ਇਕੱਲਾ ਪਾਰਲੀਮੈਂਟ ਦੇ ਵਿੱਚ ਹੀ ਨਹੀਂ, ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦੀ ਚਰਚਾ ਹੋਈ। ਉੱਥੋਂ ਦੇ ਨਾਮਵਰ ਜਿਹੜੇ ਨਿਊਜ਼ ਚੈਨਲਸ ਨੇ, ਉਹਨਾਂ ਨੇ ਰਿਪੋਰਟ ਕੀਤਾ ਕਿ ਕਿਵੇਂ ਇਸ ਗੁਰਦੁਆਰਾ ਸਾਹਿਬ ਨੇ, ਗੁਰੂ ਘਰ ਨੇ, ਦਸ਼ਮੇਸ਼ ਕਲਚਰ ਸੈਂਟਰ ਨੇ ਕੋਵਿਡ ਦੇ ਟਾਈਮ ਦੇ ਵਿੱਚ ਇਹ ਸੇਵਾ ਨਿਭਾਈ ਹੈ, ਔਰ ਉਦੋਂ ਵੀ ਤਾਂ ਸੇਵਾ ਕੀਤੀ ਨਾ ਉਹਨਾਂ ਨੇ। ਤਾਂ ਹੁਣ ਬੀਬੀ ਨੂੰ ਕੀ ਲੋੜ ਪਈ ਸੀ ਕਿ ਇੰਨਾ ਇੱਕ ਬਾਤ ਦਾ ਬਤੰਗੜ ਬਣਾਉਣ ਲਈ ਜਿਹੜੀ ਗੱਲ ਹੁੰਦੀ ਹੈ ਉਹ ਕਰਨ ਦੀ? ਨਾਲੇ ਮਹਿਜ ਇੱਕ ਪ੍ਰਸ਼ਾਦੇ ਪਿੱਛੇ, ਕਿਉਂਕਿ ਆਪਾਂ ਦੇਖੀਏ ਤਾਂ ਇੱਕ ਪਾਸੇ ਤਾਂ ਸਿੱਖਾਂ ਨੂੰ ਮੰਨਿਆ ਜਾਂਦਾ ਕਿ ਗੁਰੂ ਨਾਨਕ ਸਾਹਿਬ ਦਾ ਚਲਾਇਆ ਲੰਗਰ ਪੂਰੀ ਦੁਨੀਆ ਢਿੱਡ ਭਰੀ ਜਾਂਦਾ। ਆਪਾਂ ਦੇਖਦੇ ਹਾਂ ਖਾਲਸਾ ਏਡ, ਜਿੱਥੇ ਕੋਈ ਵੀ ਮਾੜਾ ਦੌਰ ਹੁੰਦਾ ਉੱਥੇ ਪਹੁੰਚ ਜਾਂਦੀ ਹੈ ਲੰਗਰ ਲੈ ਕੇ। ਆਪਾਂ ਕਰੋਨਾ ਕਾਲ ਦੇਖਿਆ, ਦਿੱਲੀ ਦੇ ਵਿੱਚ ਬੰਗਲਾ ਸਾਹਿਬ ਗੁਰਦੁਆਰੇ ਦੀ ਕਿੰਨੀ ਜ਼ਿਆਦਾ ਪ੍ਰਧਾਨ ਮੰਤਰੀ ਮੋਦੀ ਹੋਣਾ ਨੇ ਵੀ ਤਾਰੀਫ ਕੀਤੀ ਸੀ ਕਿ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਗੁਰਦੁਆਰਾ ਤੋਂ ਜਿੰਨਾ ਲੰਗਰ ਗਿਆ ਲੋਕਾਂ ਨੇ, ਜਾਂ ਆਪਾਂ ਦੇਖ ਲਈਏ ਕਿ ਆਕਸੀਜਨ ਸਿਲੰਡਰ ਕਿੰਨੇ ਵੰਡੇ ਸੀ। ਬਿਲਕੁਲ, ਮੈਨੂੰ ਲੱਗਦਾ ਜਿੱਥੇ ਵੀ ਕੋਈ ਲੋੜ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਔਰ ਸਿੱਖ ਕਮਿਊਨਿਟੀ ਹੀ ਸਾਹਮਣੇ ਆਉਂਦੀ ਹੈ। ਤੇ ਦੂਜੇ ਪਾਸੇ ਆਪਣੀ ਕਮਿਊਨਿਟੀ ਜੇ ਇਹ ਕੁਝ ਕਰਨ ਲੱਗ ਜੂ ਤਾਂ ਫਿਰ ਮਤਲਬ ਮੈਨੂੰ ਲੱਗਦਾ ਬਹੁਤ ਹੀ ਇਹ ਇੱਕ ਬਚਕਾਣਾ ਹਰਕਤ ਸੀ ਉਹ ਕੁੜੀ ਦੀ। ਸ਼ਾਇਦ ਉਹਦੇ ਘਰਦਿਆਂ ਨੇ ਉਹਨੂੰ ਇਹ ਸਿਖਲਾਈ ਨਹੀਂ ਦਿੱਤੀ ਹੋਊਗੀ, ਜਾਂ ਮੈਂ ਤਾਂ ਇਹੀ ਕਹੂੰਗਾ ਹਨਾ ਕਿ ਕੁੜੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਆਵਾਜ਼ ਕਿਹਦੇ ਖਿਲਾਫ ਚੱਕ ਰਹੀ ਹੈ, ਕੀ ਕਿਹਦੇ ਖਿਲਾਫ ਬੋਲ ਰਹੀ ਹੈ, ਕੀ ਬੋਲ ਰਹੀ ਹੈ। ਔਰ ਇੰਨਾ ਹੀ ਨਹੀਂ ਮਨਦੀਪ ਜੋਤ, ਇਹ ਹੀ ਗੁਰੂ ਘਰ ਹੈ ਜਿਹੜਾ ਕਿ 30,000 ਪੌਂਡ ਸੁੱਕੀ ਗਰੋਸਰੀ ਵੀ ਲਗਾਤਾਰ ਲੋਕਾਂ ਨੂੰ ਦੇ ਰਿਹਾ ਹੈ। ਔਰ ਐਵੇਂ ਨਹੀਂ ਹੈ ਕਿ ਸਿੱਖ ਕਮਿਊਨਿਟੀ ਦੇ ਲੋਕਾਂ ਨੂੰ ਦੇ ਰਿਹਾ ਹੋਵੇ, ਅਲੱਗ-ਅਲੱਗ ਕਮਿਊਨਿਟੀ ਤੋਂ ਉੱਪਰ ਉੱਠ ਕੇ 135 ਪਰਿਵਾਰ ਅਜਿਹੇ ਨੇ ਕੈਲਗਰੀ ਦੇ ਵਿੱਚ ਜਿਹੜੇ ਕਿ ਹਰ ਮਹੀਨੇ ਇੱਥੋਂ ਦੀ ਸੁੱਕਾ ਰਾਸ਼ਨ ਲੈ ਕੇ ਜਾਂਦੇ ਨੇ, ਜਿਨ੍ਹਾਂ ਦੇ ਘਰੇ ਰਾਸ਼ਨ ਪ੍ਰੋਵਾਈਡ ਕੀਤਾ ਜਾਂਦਾ ਇਸ ਗੁਰੂ ਘਰ ਦੇ ਵੱਲੋਂ। ਇਹ ਵੀ ਤਾਂ ਇਹ ਗੁਰੂ ਘਰ ਉਹੀ ਹੈ ਨਾ ਜਿੱਥੇ ਰਾਸ਼ਨ ਜਾ ਰਹੇ ਹੈ। ਉਦੋਂ ਤਾਂ ਗੁਰੂ ਘਰ ਦੇ ਵਿੱਚ ਕਿਸ ਨੇ ਨਹੀਂ ਬੋਲਿਆ ਕਿ ਹਾਂ ਜੀ ਤੁਸੀਂ ਰਾਸ਼ਨ ਕਿਉਂ ਵੱਧ ਲੈ ਕੇ ਜਾ ਰਹੇ ਹੋ, ਘੱਟ ਲੈ ਕੇ ਜਾ ਰਹੇ ਹੋ। ਔਰ ਵੱਡੀ ਗੱਲ ਇਹ ਹੈ, ਇੱਥੇ ਕੋਈ ਜੌਬ ਦੇ ਉੱਤੇ ਕੰਮ ਨਹੀਂ ਕਰ ਰਿਹਾ, ਜੌਬ ਦੇ ਉੱਤੇ ਮਹਿਜ਼ 3 ਲੋਕ ਕੰਮ ਕਰ ਰਹੇ ਨੇ ਜਿਹੜੇ ਕਿ ਲੰਗਰ ਬਣਾਉਂਦੇ ਨੇ, ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ। ਬਾਕੀ ਲੋਕ ਜਿੰਨੇ ਵੀ ਆਉਂਦੇ ਨੇ ਉੱਤੇ ਉਹ ਸਾਰੀ ਸੇਵਾ ਉਹਨਾਂ ਦੀ। ਹੁਣ ਜਾਂ ਤਾਂ ਐਦਾਂ ਹੋਵੇ ਕਿ ਗੁਰੂ ਘਰ ਦੇ ਜਿਹੜੇ ਉਹ 3 ਲੋਕ ਸੇਵਾ ਕਰ ਰਹੇ ਨੇ, ਜਾਂ ਜਿਹੜੇ 3 ਲੋਕ ਉਹ ਜੌਬ ਦੇ ਉੱਤੇ ਨੇ ਜਿਹੜੇ ਲੰਗਰ ਬਣਾਉਂਦੇ ਨੇ, ਉਹਨਾਂ ਨੇ ਬੋਲਿਆ ਹੋਵੇ, ਫਿਰ ਤਾਂ ਗੱਲ ਵੀ ਹੈ। ਜਿਹੜੇ ਸੇਵਾ ਕਰ ਰਹੇ ਨੇ ਉਹਨੂੰ ਪਤਾ ਨਹੀਂ ਕੌਣ ਆ ਕੇ ਸੇਵਾ ਕਰ ਲੈਂਦਾ। ਆਪਾਂ ਵੀ ਜਾਂਦੇ ਆ, ਆਪਾਂ ਨੂੰ ਵਿਹਲਾ ਟਾਈਮ ਮਿਲ ਜਾਂਦਾ, ਆਪਾਂ ਗੁਰੂ ਘਰ ਜਾਂਦੇ ਆ, ਆਪਾਂ ਕਹਿੰਦੇ ਚਲੋ ਨਾਲ ਸੇਵਾ ਦੇ ਵਿੱਚ ਹੱਥ ਵਟਾ ਦਿੰਦੇ ਆ। ਹੁਣ ਉੱਥੇ ਵੀ ਜੇ ਸੇਵਾ ਚੱਲ ਰਹੀ ਹੈ, ਜੇ ਕੋਈ ਬਜ਼ੁਰਗ ਆਏ ਹੋਏ ਨੇ, ਉਹਨਾਂ ਨੇ ਸੇਵਾ ਦੇ ਵਿੱਚ ਕਰਦਿਆਂ ਜੇ ਤੁਹਾਨੂੰ 19 ਕੀ ਗੱਲ ਕਹਿ ਵੀ ਦਿੱਤੀ ਤਾਂ ਕਿੱਡੀ ਕੁ ਵੱਡੀ ਗੱਲ ਹੋਊਗੀ ਯਾਰ,
ਕੀ ਇਹਦੇ ਨਾਲ ਇਹਨਾਂ ਦਾ ਕੋਈ ਪਹਾੜ ਤਾਂ ਘਰ ਟੁੱਟ ਗਿਆ? ਘਰ ਦੇ ਵੀ ਟੋਕ ਦਿੰਦੇ ਨੇ ਥੋੜੀ ਬਹੁਤ ਬਿਲਕੁਲ ਘਰ ਦੇ ਟੋਕ ਦਿੰਦੇ। ਔਰ ਤੁਸੀਂ ਇਹ ਦੇਖੋ ਤੁਸੀਂ ਬੈਠੇ ਕਿੱਥੇ ਹੋ, ਇੱਕ ਤੁਸੀਂ ਪਰਾਏ ਮੁਲਕ ਦੇ ਵਿੱਚ ਬੈਠੇ ਹੋਏ ਹੋ ਔਰ ਪਰਾਏ ਮੁਲਕ ਦੇ ਵਿੱਚ ਤੁਹਾਨੂੰ ਗੁਰੂ ਘਰ ਮਿਲ ਰਿਹਾ ਹੈ, ਤੁਹਾਨੂੰ ਗੁਰੂ ਘਰ ਦੇ ਵਿੱਚ ਲੰਗਰ ਮਿਲ ਰਿਹਾ, ਤੁਹਾਨੂੰ ਸੁਵਿਧਾਵਾਂ ਮਿਲ ਰਹੀਆਂ ਨੇ। ਨਾਲੇ ਕੱਲ ਨੂੰ ਕੋਈ ਇਹ ਵੀ ਗੱਲ ਹੈ ਨਾ ਕਿ ਕੱਲ ਨੂੰ ਕੋਈ ਤੁਹਾਡੇ ਤੇ ਵਿਪਤਾ ਪੈਂਦੀ ਤੁਹਾਡੇ ਨਾਲ ਕੌਣ ਖੜੂ? ਜੇ ਤੁਸੀਂ ਆਪਦੀ ਕਮਿਊਨਿਟੀ ਨੂੰ ਇਸ ਕਦਰ ਬਦਨਾਮ ਕਰ ਦੋਗੇ ਤੁਹਾਡੇ ਨਾਲ ਆ ਕੇ ਕੌਣ ਖੜੂਗਾ ਬਾਹਰਲੇ ਮੁਲਕ ਦੇ ਵਿੱਚ? ਔਰ ਬਿਪਤਾ ਦੀ ਗੱਲ ਜਿੱਥੇ ਆਉਂਦੀ ਹੈ ਮਨਦੀਪ ਜੀ, ਤਾਂ ਬਿਪਤਾ ਦੇ ਵਿੱਚ ਇਹੀ ਗੁਰੂ ਘਰ ਖੜੇ ਹੋਏ ਨੇ ਔਰ ਅਜੇ ਵੀ ਉਹ ਸੇਵਾ ਕਰ ਰਹੇ ਨੇ। ਜਿਵੇਂ 911 ਐਮਰਜੈਂਸੀ ਨੰਬਰ ਹੁੰਦਾ, ਉੱਥੇ ਹੀ ਐਲਬਰਟਾ ਦੇ ਵਿੱਚ ਵੀ ਨਾ ਇੱਕ ਨੰਬਰ ਜਾਰੀ ਹੋਇਆ ਹੈ। ਉਹ ਨੰਬਰ ਹੈ ਹਾਂਜੀ ਸਿਟੀ ਆਫ ਕੈਲਗਰੀ ਦਾ ਨੰਬਰ ਹੈਗਾ 311 ਤੇ ਐਲਬਰਟਾ ਜਿਹੜਾ ਸੂਬਾ ਹੈਗਾ ਉਹਦਾ ਨੰਬਰ ਹੈਗਾ 211। ਤੇ ਇਹ ਨੰਬਰ ਉਹਨਾਂ ਲੋਕਾਂ ਵਾਸਤੇ ਜੇ ਕਿਸੇ ਨੂੰ ਫੂਡ ਜਾਂ ਸ਼ੈਲਟਰ ਦੀ ਲੋੜ ਪੈਂਦੀ ਹੈ, ਜਿਹੜਾ ਕੋਈ ਬੇਘਰ ਹੋ ਗਿਆ, ਕਿਸੇ ਕੋਲ ਪੈਸੇ ਨਹੀਂ ਹੈਗੇ। ਉਹ ਆਪਾਂ ਵੇਖ ਵੀ ਰਹੇ ਹਾਂ ਕਿਹੋ ਜਿਹਾ ਰਿਸੈਸ਼ਨ ਚੱਲ ਰਿਹਾ ਹੈ, ਕਿਹੋ ਜਿਹੀਆਂ ਤਸਵੀਰਾਂ ਆ ਰਹੀਆਂ ਨੇ, ਬੱਚੇ ਕਿਵੇਂ ਲਾਈਨਾਂ ਦੇ ਵਿੱਚ ਖੜੇ ਹੋਏ ਨੇ। ਬਹੁਤ ਸਾਰੇ ਲੋਕਾਂ ਨੂੰ ਇਹ ਦਿੱਕਤਾਂ ਆ ਰਹੀਆਂ ਨੇ, ਜਾਂ ਕੋਈ ਬੀਬੀਆਂ ਭੈਣਾਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਜਾਂਦੀਆਂ ਨੇ, ਤਾਂ ਫਿਰ ਉਹ ਕੀ ਕਰਨ? ਔਰ ਇਹ ਖਾਸ ਤੌਰ ਦੇ ਉੱਤੇ ਜੋ ਕੈਲਗਰੀ ਔਰ ਐਲਬਰਟਾ ਦੀ ਗਵਰਨਮੈਂਟ ਹੈ, ਬਹੁਤ ਸਟੂਡੈਂਟ ਵੀ ਇੱਥੇ ਰਹੇ ਨੇ ਗੁਰੂ ਘਰ ਦੇ ਵਿੱਚ ਆ ਕੇ। ਕਹਿੰਦੇ ਸੀ ਜਦੋਂ ਕੋਈ ਆਉਂਦਾ ਕਈ ਵਾਰ ਘਰ ਨਹੀਂ ਹੁੰਦਾ ਤਾਂ ਉਹ ਇੱਥੇ ਬਹੁਤ ਰਾਤਾਂ ਕੱਟਦੇ ਨੇ। ਅਜੇ ਵੀ ਮਨਦੀਪ ਜੋਤ ਰੋਟੀਆਂ ਤੇ ਜਿਹੜੇ ਕੰਬਲ ਨੇ ਉਹ ਗੁਰੂ ਘਰ ਤੋਂ ਜਾ ਰਹੇ ਨੇ ਬੱਚਿਆਂ ਨੂੰ। ਜਿਹੜੇ ਕੁਝ ਨਵੇਂ ਵਿਦਿਆਰਥੀ ਆ ਰਹੇ ਨੇ ਨਾ, ਕਿਉਂਕਿ ਜਾਂਦੇ ਸਾਰ ਤਾਂ ਹੁਣ ਆਬਵੀਅਸਲੀ ਗੱਲ ਹੈ ਸੈਟਲਮੈਂਟ ਹੁੰਦੀ ਨਹੀਂ ਔਰ ਠੰਡ ਉੱਥੇ ਐਕਸਟ੍ਰੀਮ ਵੈਦਰ ਹੈ ਹਨਾ, ਤੇ ਐਕਸਟ੍ਰੀਮ ਵੈਦਰ ਦੇ ਵਿੱਚ ਗੁਰੂ ਘਰ ਦੇ ਵਿੱਚ ਅਜੇ ਵੀ ਹਜ਼ਾਰਾਂ ਕੰਬਲ ਪਿਆ ਹੋਇਆ ਜਿਹੜਾ ਕਿ ਵਿਦਿਆਰਥੀਆਂ ਵਾਸਤੇ ਰੱਖਿਆ ਹੋਇਆ ਕਿ ਵਿਦਿਆਰਥੀ ਜੇ ਪੰਜਾਬ ਤੋਂ ਆ ਰਿਹਾ, ਕੋਈ ਵੀ ਆ ਰਿਹਾ, ਇਕੱਲਾ ਇਹ ਨਹੀਂ ਕਿ ਪੰਜਾਬ ਤੋਂ ਜਾਂ ਇਕੱਲਾ ਇਹ ਨਹੀਂ ਕਿ ਸਿੱਖ ਕਮਿਊਨਿਟੀ ਤੋਂ, ਕੋਈ ਵੀ ਕਮਿਊਨਿਟੀ ਤੋਂ ਉੱਪਰ ਉੱਠ ਕੇ ਕੋਈ ਵੀ ਵਿਦਿਆਰਥੀ ਆਂਦਾ ਉਹਦੇ ਵਾਸਤੇ ਕੰਬਲ ਗੁਰਦੁਆਰੇ ਘਰ ਦੇ ਵਿੱਚ ਪਏ ਹੋਏ ਨੇ। ਉਹ ਗੁਰਦੁਆਰੇ ਘਰ ਦੇ ਵਿੱਚੋਂ ਕੰਬਲ ਦਿੰਦੇ ਪਏ ਨੇ, ਉਹ ਵੀ ਸੇਵਾ ਚੱਲ ਰਹੀ ਹੈ। ਉਹ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਬਹੁਤ ਸਾਰੀਆਂ ਜਿਵੇਂ ਲੇਡੀਜ਼ ਬੱਚੇ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਜੇ ਉਹ 211 ਜਾਂ 311 ਨੰਬਰ ਡਾਇਲ ਕਰਦੇ ਨੇ ਤਾਂ ਗਵਰਨਮੈਂਟ ਨੇ ਉੱਥੋਂ ਦੀ ਸਰਕਾਰ ਨੇ ਟਾਈ ਅਪ ਕੀਤਾ ਹੋਇਆ ਗੁਰੂ ਘਰ ਦੇ ਨਾਲ। ਦਸ਼ਮੇਸ਼ ਕਲਚਰ ਸੈਂਟਰ ਜੋ ਗੁਰੂ ਘਰ ਹੈ ਕੈਲਗਰੀ ਦਾ, ਉਹਦੇ ਨਾਲ ਟਾਈ ਅਪ ਕੀਤਾ ਹੋਇਆ। ਜੇਕਰ ਕਹਿੰਦੇ ਕਿ ਹਾਂ ਤੁਹਾਨੂੰ ਕੀ ਦਿੱਕਤ ਹੈ, ਉਹ ਕਹਿੰਦੇ ਕਿ ਜੀ ਸਾਡੇ ਕੋਲ ਸ਼ੈਲਟਰ ਨਹੀਂ ਹੈਗਾ, ਸਾਡੇ ਕੋਲ ਫੂਡ ਨਹੀਂ ਹੈਗਾ, ਕਹਿੰਦੇ ਕਿ ਯੂ ਡੂ ਵਨ ਥਿੰਗ, ਤੁਸੀਂ ਗੁਰੂ ਘਰ ਦੇ ਵਿੱਚ ਚਲੇ ਜਾਓ। ਤਾਂ ਦੇਖੋ ਉੱਥੇ ਜਾ ਕੇ ਉਹਨਾਂ ਨੂੰ ਉਹ ਸ਼ੈਲਟਰ ਪ੍ਰੋਵਾਈਡ ਕਰ ਰਹੇ ਨੇ। ਔਰ ਹੋਰ ਵੱਡੀ ਗੱਲ, ਜਦੋਂ ਕੋਵਿਡ ਦਾ ਦੌਰ ਸੀਗਾ ਉਦੋਂ ਇਹਨਾਂ ਕੋਲ ਕਮਰੇ ਘੱਟ ਸੀਗੇ, ਤਾਂ ਉਦੋਂ ਕੀ ਕੀਤਾ ਇਹਨਾਂ ਨੇ ਆਪਣੇ ਪੱਲਿਓਂ ਪੈਸੇ ਦੇ ਕੇ ਉਹਨਾਂ ਲੋਕਾਂ ਦੇ ਵਾਸਤੇ ਕਹਿੰਦੇ ਵਧੀਆ ਹੋਟਲ ਹੈ, ਨਹੀਂ ਕੋਈ ਨਾਰਮਲ ਜਿਹਾ ਹੋਟਲ, 3 ਸਟਾਰ 4 ਸਟਾਰ ਹੋਟਲ 5 ਸਟਾਰ ਹੋਟਲਾਂ ਦੇ ਵਿੱਚ ਉਹਨਾਂ ਵਾਸਤੇ ਰਹਿਣ ਦਾ ਇੰਤਜ਼ਾਮ ਵੀ ਕਰਾਇਆ ਕਿ ਤੁਸੀਂ ਰਹਿ ਲਓ, ਖਰਚਾ ਅਸੀਂ ਗੁਰੂ ਘਰ ਦੇ ਵੱਲੋਂ ਦੇ ਦਾਂਗੇ। ਔਰ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਉੱਥੋਂ ਦੀ ਸਰਕਾਰ ਨੇ ਕੈਲਗਰੀ ਦੀ ਜੋ ਗਵਰਨਮੈਂਟ ਹੈ ਉਹਨਾਂ ਨੇ ਗ੍ਰਾਂਟ ਵੀ ਦਿੱਤੀ ਹੈ। ਔਰ ਗ੍ਰਾਂਟ ਮੇਰੇ ਹਿਸਾਬ ਨਾਲ ਉਹ 25 ਮਿਲੀਅਨ ਦੀ ਸੀਗੀ। 25 ਮਿਲੀਅਨ ਦੀ ਗ੍ਰਾਂਟ ਸਰਕਾਰ ਨੇ ਦਿੱਤੀ ਹੈ ਗੁਰੂ ਘਰ ਨੂੰ ਕਿ ਤੁਸੀਂ ਇਹ ਬਹੁਤ ਸੋਹਣਾ ਕੰਮ ਕਰ ਰਹੇ ਹੋ, ਚੰਗਾ ਕੰਮ ਕਰ ਰਹੇ ਹੋ, ਤੁਸੀਂ ਇਸੇ ਤਰੀਕੇ ਨਾਲ ਸੇਵਾ ਜਾਰੀ ਰੱਖੋ। ਔਰ ਹੁਣ ਉਹ ਸਰਕਾਰ ਔਰ ਗੁਰੂ ਘਰ ਦੇ ਸਹਿਯੋਗ ਦੇ ਨਾਲ ਮਾਤਾ ਸਾਹਿਬ ਕੌਰ ਜੀ ਵੂਮਨ ਐਂਡ ਚਿਲਡਰਨ ਟ੍ਰਾਂਜੀਸ਼ਨਲ ਹਾਊਸਿੰਗ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਬੀਬੀਆਂ ਵਾਸਤੇ ਤੇ ਬੱਚਿਆਂ ਵਾਸਤੇ ਜਿਹੜੇ ਜਿਨ੍ਹਾਂ ਦੇ ਕੋਲ ਸ਼ੈਲਟਰ ਨਹੀਂ ਹੈ, ਹੋਮ ਨਹੀਂ ਹੈ, ਤਾਂ ਟ੍ਰਾਂਜੀਸ਼ਨਲ ਥੋੜੇ ਟਾਈਮ ਦੇ ਵਾਸਤੇ ਉਹ ਆਪਣਾ ਉੱਥੇ ਰਹਿਣ ਦਾ ਪ੍ਰਬੰਧ ਕਰ ਸਕਦੇ ਨੇ, ਉੱਥੇ ਰਹਿ ਸਕਦੇ ਨੇ। ਇਹ ਵੀ ਤਾਂ ਗੁਰੂ ਘਰ ਵੱਲੋਂ ਹੀ ਕੀਤਾ ਜਾ ਰਿਹਾ ਨਾ, ਇਹ ਵੀ ਗੁਰੂ ਘਰ ਦੇ ਵੱਲੋਂ ਹੀ ਸੇਵਾ ਨਿਭਾਈ ਜਾ ਰਹੀ ਹੈ। ਜਦੋਂ ਗੁਰੂ ਘਰ ਇੰਨੀਆਂ ਚੀਜ਼ਾਂ ਕਰ ਸਕਦਾ ਹੈ, ਇੰਨੇ ਵੱਡੇ ਕੰਮ ਕਰ ਸਕਦਾ ਹੈ, ਇੰਨੀਆਂ ਵੱਡੀ ਅਮਾਉਂਟ ਦੀਆਂ ਚੀਜ਼ਾਂ ਉਹ ਦਾਨ ਕਰ ਸਕਦਾ ਹੈ, ਤਾਂ ਉਹਨਾਂ ਨੂੰ ਯਾਰ 2 ਪਰੌਂਠਿਆਂ ਵਾਸਤੇ ਕੀ ਹੁੰਦਾ ਹੈ? ਕੋਈ ਵੱਡੀ ਚੀਜ਼ ਨਹੀਂ 2 ਪਰੌਂਠੇ ਵਾਸਤੇ। ਇੱਕ ਬਾਤ ਦਾ ਬਤੰਗੜ ਔਰ ਇੱਕ ਸਿਰਫ ਫੋਕੀ ਵਾਹ ਖੱਟਣ ਦੇ ਵਿੱਚ ਇਹ ਕੁੜੀ ਦੇ ਵੱਲੋਂ ਕੰਮ ਕੀਤਾ ਗਿਆ, ਬਹੁਤ ਜੋ ਕਿ ਨਿੰਦਣਯੋਗ ਹੈਗਾ। ਔਰ ਮੈਂ ਫੇਰ ਉੱਥੇ ਕਹੂੰਗਾ ਕਿ ਗੁਰੂ ਘਰ ਵਾਲਿਆਂ ਦੀ ਇਸ ਦੇ ਵਿੱਚ ਬਹੁਤ ਵੱਡੀ ਵਡਿਆਈ ਹੈ ਕਿ ਉਹਨਾਂ ਨੇ ਕੁੜੀ ਨੂੰ ਫੇਰ ਸੱਦਿਆ, ਗੁਰੂ ਘਰ ਦੇ ਵਿੱਚ ਸੱਦਿਆ, ਮੀਟਿੰਗ ਅਰੇਂਜ ਕਰਾਈ। ਨਹੀਂ ਤਾਂ ਇੰਨਾ ਕੁਝ ਹੋਣ ਦੇ ਬਾਵਜੂਦ ਅਗਲਾ ਕਹਿੰਦਾ ਕਿ ਯਾਰ ਇਹ ਕੁੜੀ ਨੇ ਤਾਂ ਸਾਡਾ ਨਾਮ ਖਰਾਬ ਕਰ ਦਿੱਤਾ, ਗੁਰੂ ਘਰ ਦਾ ਨਾਮ ਖਰਾਬ ਕੀਤਾ। ਉਹਨਾਂ ਨੇ ਫੇਰ ਉਹਨੂੰ ਕੁੜੀ ਨੂੰ ਸੱਦਿਆ, ਉਹਨਾਂ ਬਕਾਇਦਾ ਕਿਹਾ ਕਿ ਸਾਡੇ ਨਾਲ ਆ ਕੇ ਗੱਲ ਕਰੇ, ਸਾਡੀ ਛੋਟੀ ਭੈਣ ਹੈ, ਕਹਿੰਦੇ ਕੋਈ ਗੱਲ ਨਹੀਂ, ਜੇ ਕੋਈ ਗਲਤ ਹੋਊ ਤਾਂ ਅਸੀਂ ਹੈਗੇ ਆਂਗੇ ਨਾਲ। ਤਾਂ ਉਹੀ ਉਹਨਾਂ ਨੇ ਸੱਦ ਕੇ ਮੀਟਿੰਗ ਕੀਤੀ ਔਰ ਉਹਨੂੰ ਕਿਹਾ ਕਿ ਇਹ ਜਿਹਾ ਜੋ ਵੀ ਹੁੰਦਾ, ਕਹਿੰਦੇ ਅਸੀਂ ਕਮੇਟੀ ਵੀ ਬਣਾ ਦਿੱਤੀ ਹੈ, ਅਸੀਂ ਐਕਸ਼ਨ ਵੀ ਲੈ ਲਾਂਗੇ। ਦੇਖੋ ਇਹੀ ਵਡੱਪਣ ਹੁੰਦਾ ਨਾ, ਇਹੀ ਵਡਿਆਈ ਹੁੰਦੀ ਹੈ ਬੰਦੇ ਦੀ। ਔਰ ਉਹ ਕੋਈ ਚੀਜ਼ ਉਹਨਾਂ ਵਾਸਤੇ ਕੋਈ ਐਦਾਂ ਵੀ ਨਹੀਂ ਹੈ ਕਿ ਉਹਨਾਂ ਦਾ ਕੋਈ EMPLOYE ਨੇ ਕੰਮ ਕੀਤਾ ਹੋਵੇ, ਉਹ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਗੀ। 19 ਕੀ ਗੱਲ ਹੋ ਹੀ ਜਾਂਦੀ ਹੈ। ਮੈਂ ਤਾਂ ਲੱਗਦਾ ਕਿ ਤੁਸੀਂ ਤਾਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਨੂੰ ਉਹ ਥਾਂ ਦੇ ਉੱਤੇ ਗੁਰੂ ਘਰ ਮਿਲ ਰਿਹਾ ਹੈ। ਤੁਸੀਂ ਹੋਰ ਕਈ ਕੰਟਰੀਜ਼ ਦੇ ਵਿੱਚ ਜਾ ਕੇ ਦੇਖੋ ਜਿੱਥੇ ਗੁਰੂ ਘਰ ਨਹੀਂ ਮਿਲਦੇ, ਜਿੱਥੇ ਤੁਹਾਨੂੰ ਪੰਜਾਬੀ ਨਹੀਂ ਮਿਲਦੇ, ਜਿੱਥੇ ਤੁਹਾਨੂੰ ਪੰਜਾਬੀ ਨਜ਼ਰ ਹੀ ਨਹੀਂ ਆਉਂਦੇ, ਫਿਰ ਤੁਹਾਨੂੰ ਕਿੰਨੀ ਉੱਥੇ ਦਿੱਕਤਾਂ ਸਾਹਮਣਾ ਆਉਂਦਾ। ਤੁਸੀਂ ਯੂਰਪ ਵਾਲੇ ਪਾਸੇ ਚਲੇ ਜਾਓ ਜਾਂ ਕਿਸੇ ਹੋਰ ਇਹੋ ਜਿਹੀ ਆਈਸੋਲੇਟਿਡ ਥਾਵਾਂ ਦੇ ਉੱਤੇ ਜਿੱਥੇ ਪੰਜਾਬੀ ਅਜੇ ਨਹੀਂ ਉਹਨੇ ਤਰੀਕੇ ਦੇ ਨਾਲ ਜਾ ਕੇ ਵਸੇ, ਉਹਨਾਂ ਨੂੰ ਪੁੱਛ ਕੇ ਦੇਖੋ ਜਦੋਂ ਕੋਈ ਉਹਨਾਂ ਨੂੰ ਪੰਜਾਬੀ ਟੱਕਰ ਜਾਂਦਾ ਤਾਂ ਕਿੰਨੀ ਉਹਨਾਂ ਨੂੰ ਖੁਸ਼ੀ ਹੁੰਦੀ ਹੈ।
ਜਦੋਂ ਕੋਈ ਪੰਜਾਬੀਆਂ ਨਾਲ ਮਿਲਦਾ, ਜਦੋਂ ਉਹ ਪੰਜਾਬੀ 'ਚ ਗੱਲ ਕਰਦਾ ਨਾ, ਉਹਨਾਂ ਨੂੰ ਪੁੱਛ ਕੇ ਦੇਖਿਆ ਕਰੋ ਕਿ ਹਾਂ ਫਿਰ ਉਹ ਕਿੰਨਾ ਖੁਸ਼ ਹੁੰਦੇ ਨੇ ਕਿ ਹਾਂ ਵੀ ਪਰਾਏ ਮੁਲਕ 'ਚ ਸਾਨੂੰ ਕੋਈ ਬੰਦਾ ਮਿਲਿਆ। ਜਾਂ ਤੁਹਾਨੂੰ ਦੇਖੋ ਪਰਾਏ ਮੁਲਕ ਦੇ ਵਿੱਚ ਗੁਰੂ ਘਰ ਮਿਲ ਰਹੇ ਨੇ, ਤੁਹਾਨੂੰ ਪੰਜਾਬੀ ਮਿਲ ਰਹੇ ਨੇ, ਤੁਸੀਂ ਉਹਦੀ ਕਦਰ ਤਾਂ ਕਰੋ ਨਾ ਘੱਟੋ ਘੱਟ। ਇਦਾਂ ਨਾ ਕਰੋ ਤੁਸੀਂ ਆਪਣਾ ਹੀ ਨਾਮ, ਆਪਣੇ ਪੰਜਾਬੀਆਂ ਦਾ ਨਾਮ, ਆਪਣੀ ਸਿੱਖ ਕਮਿਊਨਿਟੀ ਦਾ ਨਾਮ ਦਬਾਉਣ ਦੀ ਕੋਸ਼ਿਸ਼ਾਂ ਕਰਨ ਲੱਗ ਜਾਓ। ਔਰ ਕਾਲੀ ਕਾਦੋਂ ਕਰਨੀ ਯਾਰ, ਇਹ ਟਿਕਟੌਕ ਰੀਲਾਂ ਨੇ ਕਦੀ ਸਾਰੀ ਜ਼ਿੰਦਗੀ ਕੰਮ ਇਹਦੀ ਮੈਂ ਆਉਂਦਾ ਸੀਗਾ ਨਹੀਂ ਕਿ ਬਾਅਦ ਜਾਂਦੇ ਜਾਂਦੇ ਮੈਂ ਕਹੂੰਗਾ ਇਹ ਤੇ ਵੀ ਦੋ ਗੱਲਾਂ ਕਰ ਲਈਏ, ਕਿਉਂਕਿ ਇਹ ਪ੍ਰਚਲਨ ਬਹੁਤ ਚੱਲ ਪਿਆ ਕਿ ਥੋੜੀ ਬਹੁਤ ਗੱਲ ਹੁੰਦੀ ਹੈ ਤੁਸੀਂ ਲਾਈਵ ਹੋ ਜਾਂਦੇ ਹੋ, ਇੰਸਟਾਗ੍ਰਾਮ ਤੇ ਲਾਈਵ ਹੋਗੇ, ਟਿਕਟੌਕ ਤੇ ਲਾਈਵ ਹੋਵੇ। ਇਹ ਵੀ ਬਹੁਤ ਆਪਦੇ ਲਈ ਮਾੜੀ ਚੀਜ਼ ਹੈ, ਕਿਉਂਕਿ ਘਰ ਦੀ ਗੱਲ ਜੇ ਘਰ 'ਚ ਰਹੂਗੀ ਤਾਂ ਵਧੀਆ ਰਹੂਗਾ, ਪਰ ਜਦੋਂ ਤੁਸੀਂ ਲਾਈਵ ਹੋ ਜਾਂਦੇ ਹੋ ਤਾਂ ਇਹ ਕੀ ਇਹ ਸਾਰਾ ਕੁਝ 5 ਮਿੰਟ ਦੇ ਫੇਮ ਦੇ ਲਈ ਹੁੰਦਾ। ਫਿਰ ਬਿਲਕੁਲ ਉਹੀ ਗੱਲ ਹੈ। ਦੇਖੋ ਇਹਨੇ ਕੀ ਕੀਤਾ, ਉਹ ਕੁੜੀ ਨੇ ਤਾਂ ਆਪਣੇ ਵੱਲੋਂ ਵੀਡੀਓ ਪਾ ਦਿੱਤੀ। ਹਰ ਚੀਜ਼ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਨਾਲ ਲੈ ਕੇ ਆਈਏ। ਸੋਸ਼ਲ ਮੀਡੀਆ ਦੇ ਉੱਤੇ ਠੀਕ ਹੈ, ਜਿੱਥੇ ਸੋਸ਼ਲ ਮੀਡੀਆ ਦੇ ਪ੍ਰੋਜ਼ ਹੈ, ਸੋਸ਼ਲ ਮੀਡੀਆ ਦੇ ਕੌਨਸ ਵੀ ਨੇ, ਤਾਂ ਉੱਥੇ ਹੀ ਅਸੀਂ ਇਹਨੂੰ ਚੰਗੇ ਤਰੀਕੇ ਨਾਲ ਇਸਤੇਮਾਲ ਕਰੀਏ, ਬਲਕਿ ਉਸ ਦੀ ਵਡਿਆਈ ਵਾਸਤੇ ਗੁਰੂ ਘਰ ਦੇ ਵਿੱਚ ਜੋ ਇਹ ਚੰਗੀਆਂ ਚੀਜ਼ਾਂ ਹੋ ਰਹੀਆਂ ਨੇ, ਜਿੱਦਾਂ ਕਿ ਹੁਣ ਆਪਾਂ ਨੂੰ ਇਨਫੋਰਮੇਸ਼ਨ ਮਿਲੀ, ਉਹ ਜੇ ਵਡਿਆਈ ਦੀ ਗੱਲਾਂ ਦੱਸ ਦਿੰਦੀ ਕਿ ਹਾਂ ਕਿ ਆ ਦੇਖੋ ਜੀ ਆਹੀ ਗੁਰੂ ਘਰ ਦੇ ਵਿੱਚ ਇੰਨਾ ਕੰਮ ਕੀਤਾ ਗਿਆ, ਇਹਨਾਂ ਲੋਕਾਂ ਦੇ ਵੱਲੋਂ, ਲੋਕਾਂ ਵਾਸਤੇ ਸੇਵਾ ਇਸ ਗੁਰੂ ਘਰ ਨੇ ਕੀਤੀ ਗਈ ਹੈ, ਤਾਂ ਸ਼ਾਇਦ ਉਹ ਜ਼ਿਆਦਾ ਬਿਹਤਰ ਹੁੰਦਾ ਮੰਦੀ। ਤਾਂ ਇਹ ਸੀ ਸਾਡੀ ਵਿਚਾਰ ਚਰਚਾ, ਜੋ ਕੱਲ ਇੱਕ ਵੀਡੀਓ ਆਈ, ਇੱਕ ਕੁੜੀ ਦੇ ਵੱਲੋਂ ਵੀਡੀਓ ਬਣਾਈ ਗਈ ਸੀ। ਹਾਲਾਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਕਰਨ ਵਾਲੀਆਂ ਨਹੀਂ ਹੁੰਦੀਆਂ, ਆਪਣੀ ਕਮਿਊਨਿਟੀ ਨੂੰ ਇੱਕ ਥੋੜੀ ਜਿਹੀ ਗੱਲਾਂ ਦੇ ਪਿੱਛੇ ਤੁਸੀਂ ਪੂਰੀ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆਏ ਨੇ, ਉਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਲਈ ਮਾੜੀਆਂ ਨੇ। ਔਰ ਇਹ 5 ਮਿੰਟਾਂ ਦੇ ਫੇਮ ਦੇ ਲਈ ਜਾਂ 5 ਮਿੰਟਾਂ ਦੀ ਇਹ ਪ੍ਰਮੋਸ਼ਨ ਦੇ ਲਈ ਅਜਿਹਾ ਕੁਝ ਕਰਨਾ ਬਹੁਤ ਘਟੀਆ ਗੱਲ ਹੈ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਨੂੰ ਕਮੈਂਟ ਕਰੋ ਕਿਵੇਂ ਲੱਗੀ ਤੁਹਾਨੂੰ ਅੱਜ ਸਾਡੀ ਵਿਚਾਰ ਚਰਚਾ। ਧੰਨਵਾਦ।